ਜੋ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਆਪਣਾ ਹੁਣ ਉਹਨਾਂ 7 ਦਿਨ ਦੀ ਰਿਮਾਂਡ 'ਚ ਚੱਲ ਰਹੇ ਨੇ। ਤਾਂ ਉਹਨਾਂ ਦੇ ਜੋ ਬੇਟੇ ਨੇ ਮਹਿਤਾਬ ਸਿੰਘ, ਉਹਨਾਂ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਵਿੱਚ ਉਹਨਾਂ ਲਿਖਿਆ ਕਿ ਚੰਡੀਗੜ੍ਹ ਪੁਲਿਸ ਵੱਲੋਂ ਸੁਖਪਾਲ ਸਿੰਘ ਖਹਿਰਾ ਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ, ਉਹਨਾਂ ਦੀ ਸਿੱਖੀ ਉੱਤੇ ਹਮਲਾ ਕੀਤਾ ਗਿਆ, ਉਹਨਾਂ ਨੇ ਕਤਾਰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਇਸ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ? देखो जसवीर, जी भी कोई भी पुलिस आ, चाहे चंडीगढ़ पुलिस आ चाहे पंजाब पुलिस आ, जो भी वो किसी मामले दे विच किसी व्यक्ति नूं किसी दोषी नूं चुकदी आ तां वो अक्सर जिहड़ी पुलिस ते अणमनुखी वतीरा, अणमनुखी वरताओ, घटिया किस्म का टॉर्चर करनी, 3rd डिग्री टॉर्चर दी जिहड़ियां कंप्लेंट्स आ, शिकायतां, दोष आ सामने आउंदे ने। ਹੁਣ ਉਹਨੂੰ ਕੜੇ ਨੂੰ ਜੋੜ ਕੇ ਜੇ ਇਹ ਗੱਲ ਕਹਿਣਾ ਕਿ ਪੁਲਿਸ ਜਿਹੜੀ ਉਹਨਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੀ ਹੈ, ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਜਿਹੜੇ ਸਿੱਖਾਂ ਦੇ ਸੈਂਟੀਮੈਂਟਸ ਨੇ ਜਾਂ ਸਿੱਖੀ ਪਰ ਜਿਹੜੇ ਹਮਲਾ ਕਰ ਰਹੇ ਨੇ ਲੋਕ, ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਸੁਖਪਾਲ ਸਿੰਘ ਖਹਿਰਾ ਦੇ ਜਿਹੜਾ ਬੇਟਾ ਮਹਿਤਾਬ ਸੀ ਉਹਨਾਂ ਨੇ ਕੀਤੀ ਆ ਕਿ ਉਹਨਾਂ ਦਾ ਜਿਹੜਾ ਕੜਾ ਤਰਾਇਆ ਗਿਆ। ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਹੁੰਦੇ ਆ ਜਾਂ ਬੈਰਕ ਦੇ ਵਿੱਚ ਕਿੱਥੇ ਰੱਖਿਆ ਜਾਂਦਾ ਤਾਂ ਪੁਲਿਸ ਕੀ ਕਰਦੀ ਆ कि जिहड़ा उत्थे दोषी आ वो कोई अजिही घटना नूं अंजाम ना देवे तां ਉਹਦੀ ਜਿਹੜੀ ਬੈਲਟ ਲਾਈ ਹੋਈ ਹੁੰਦੀ ਆ ਜਾਂ ਸਿਰ ਪਰ ਬੰਨਣ ਵਾਲਾ ਕੋਈ ਕੱਪੜਾ ਹੁੰਦਾ ਹੈ, ਕੋਈ ਅਜਿਹੀਆਂ ਚੀਜ਼ਾਂ ਨੂੰ ਉਹ ਉਤਰਾ ਦਿੰਦੀ ਆ ਤਾਂ ਕਿ ਉਹ ਕੋਈ ਖੁਦਕਸ਼ੀ ਕਰਨ ਦਾ ਕੋਈ ਯਤਨ ਨਾ ਕਰ ਲਵੇ। ਅਸਰਾ ਚੰਡੀਗੜ੍ਹ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਪੰਜਾਬ ਲੋਕ ਹਿੱਤ ਪਾਰਟੀ ਨਾਲ ਆਪਣੀ ਪਾਰਟੀ ਦੇ ਗੱਠਜੋੜ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਜੋ ਪੁੱਛਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਉਹਨਾਂ ਦੀ ਪਾਰਟੀ ਦਾ ਗੱਠਜੋੜ ਹੋਣਾ ਸੀ ਉਸ ਉੱਤੇ ਵੀ ਉਹਨਾਂ ਕਿਹਾ ਕਿ ਅਜੇ ਤੱਕ ਇਸ ਬਾਰੇ ਕੋਈ ਗੱਲ ਨਹੀਂ ਚੱਲੀ। ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਦੀਆਂ ਉਹਨਾਂ ਨੇ ਵੀ ਆਪਣਾ ਗੱਠਜੋੜ ਬਣਾਇਆ ਸੀ। ਹੁਣ ਅਕਾਲੀ ਦਲ ਦਾ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਬਣਿਆ ਹੋਇਆ। ਜਦੋਂ ਕੋਈ ਵੀ ਚੋਣਾਂ ਆਉਂਦੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ, ਛੋਟੀਆਂ ਮੋਟੀਆਂ ਪਾਰਟੀਆਂ ਆਉਂਦੀਆਂ, ਇਹ ਆਪਣਾ ਪ੍ਰਭਾਵ ਦੇਣ ਵਾਸਤੇ ਜਾਂ ਜਿਹੜਾ ਖਿੰਡਰਿਆ ਹੋਇਆ ਵੋਟ ਬੈਂਕ ਆ ਉਹਨੂੰ ਇਕੱਠਾ ਕਰਨ ਵਾਸਤੇ ਅਜਿਹਾ ਯਤਨ ਕਰਦੇ ਨੇ ਤੇ ਕਰਨਾ ਵੀ ਚਾਹੀਦਾ। ਹੁਣ ਜਿਹੜੀਆਂ ਦੇਸ਼ ਦੇ ਵਿੱਚ ਜਿਵੇਂ ਮਾਹੌਲ ਬਣਦਾ ਜਾ ਰਿਹਾ ਹੈ, ਜਾਤ ਦੇ ਨਾਮ ਤੇ ਧਰਮ ਦੇ ਆਧਾਰ ਤੇ ਵਰਗ ਵੰਡ ਹੋ ਰਹੀ ਹੈ, ਇੱਦਾਂ ਹੀ ਇਹ ਸੂਬਿਆਂ ਵਿੱਚ ਵੀ ਹੋਣ ਲੱਗ ਪਈ। ਇੱਕ ਪਾਸੇ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਵੀ ਹੋ ਰਿਹਾ ਕਿਉਂਕਿ ਅਸੀਂ ਜਾਤ ਪਾਤ ਤੇ ਧਰਮ ਦੇ ਨਾਂ ਤੇ ਖੇਤਰਵਾਦ ਦੇ ਨਾਂ ਤੇ ਫਿਰ ਅਸੀਂ ਆਪਣੇ ਆਪ ਦੇ ਵਿੱਚ ਵੰਡੀਆਂ ਪਾਉਂਦੇ ਜਾ ਰਹੇ ਹਾਂ। ਦੂਜਾ ਪੱਖੇ ਦਾ ਇਹ ਵੀ ਆ ਕਿ ਜਿਹੜੇ ਉਹ ਲੋਕ ਨੇ ਜਿਹੜੇ ਸਦਾ ਤੋਂ ਹੀ ਲਤਾੜੇ ਰਹੇ ਨੇ ਜਾਂ ਜਿਨ੍ਹਾਂ ਦੀ ਹੋਂਦ ਨੂੰ ਅਣਦੇਖਾ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ ਗਿਆ, ਉਹਨਾਂ ਵਾਸਤੇ ਚੰਗੀ ਗੱਲ ਵੀ ਹੈਗੀ ਹੈ ਕਿ ਉਹ ਆਪਣੀਆਂ ਹੱਕੀ ਹਕੂਕੀ ਮੰਗਾਂ ਨੂੰ ਲੈ ਕੇ, ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ ਤੇ ਉਹ ਇਕੱਠੇ ਹੋਣ ਲੱਗੇ। ਸਰ, ਆਪਣਾ ਬੀਤੇ ਦਿਨ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਕਿਹਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕੰਮ ਕੀਤੇ ਜਾ ਰਹੇ ਨੇ, ਪਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਉਸ ਚੀਜ਼ ਤੋਂ ਸਾਫ਼ ਨਾ ਕਰਤੀ ਹੈ ਕਿ ਐਸਾ ਕੁਝ ਨਹੀਂ ਹੋ ਰਿਹਾ ਤੇ ਉਹਨਾਂ ਦੀ ਕੋਈ ਮੀਟਿੰਗ ਸੋਨੀਆ ਗਾਂਧੀ ਪਰਿਵਾਰ ਨਾਲ ਨਹੀਂ ਹੋਈ। ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕੈਪਟਨ ਅਮਰਿੰਦਰ ਸਿੰਘ ਇੱਕ ਤਰ੍ਹਾਂ ਨਾਲ ਅਲੱਗ-ਥਲੱਗ ਹੋ ਕੇ ਬੈਠ ਗਏ ਨੇ। ਉਹਨਾਂ ਦੇ ਨਾਲ ਕੋਈ ਜਿਨ੍ਹਾਂ ਨੂੰ ਪ੍ਰਮਾਣ ਸੀਗਾ, ਉਹ ਜਿਹੜੇ ਆਗੂ ਸੀਗੇ ਉਹ ਵੀ ਉਹਨਾਂ ਦਾ ਸਾਥ ਛੱਡ ਗਏ, ਖਾਸ ਕਰਕੇ ਸਰਦਾਰ ਲਾਲ ਸਿੰਘ ਜਾਂ ਰਾਣਾ ਸੋਢੀ, ਹੋਰ ਕਈ ਆਗੂ ਸੀਗੇ ਜਿਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਖਾਸ ਨੇ, ਪਰ ਅੱਜ ਕੈਪਟਨ ਅਮਰਿੰਦਰ ਸਿੰਘ ਅਲੱਗ-ਅਲੱਗ ਲੱਗੇ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜਸਵੀਰ। ਸਰ, ਆਪਾਂ ਦੇਖਿਆ ਸੀ ਪਿਛਲੇ ਦਿਨੀ ਕਿ ਜੋ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਆਪਣਾ ਹੁਣ ਉਹਨਾਂ 7 ਦਿਨ ਦੀ ਰਿਮਾਂਡ 'ਚ ਚੱਲ ਰਹੇ ਨੇ। ਤਾਂ ਉਹਨਾਂ ਦੇ ਜੋ ਬੇਟੇ ਨੇ ਮਹਿਤਾਬ ਸਿੰਘ, ਉਹਨਾਂ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਵਿੱਚ ਉਹਨਾਂ ਲਿਖਿਆ ਕਿ ਚੰਡੀਗੜ੍ਹ ਪੁਲਿਸ ਵੱਲੋਂ ਸੁਖਪਾਲ ਸਿੰਘ ਖਹਿਰਾ ਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ, ਉਹਨਾਂ ਦੀ ਸਿੱਖੀ ਉੱਤੇ ਹਮਲਾ ਕੀਤਾ ਗਿਆ, ਉਹਨਾਂ ਦੇ ਕਕਾਰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਇਸ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ? ਦੇਖੋ ਜਸਵੀਰ, ਜਿਹੜੀ ਵੀ ਕੋਈ ਵੀ ਪੁਲਿਸ ਆ, ਚਾਹੇ ਚੰਡੀਗੜ੍ਹ ਪੁਲਿਸ ਆ ਚਾਹੇ ਪੰਜਾਬ ਪੁਲਿਸ ਆ, ਜਦੋਂ ਵੀ ਉਹ ਕਿਸੇ ਮਾਮਲੇ ਦੇ ਵਿੱਚ ਕਿਸੇ ਵਿਅਕਤੀ ਨੂੰ ਕਿਸੇ ਦੋਸ਼ੀ ਨੂੰ ਚੁੱਕਦੀ ਆ
ਤਾਂ ਉਹ ਅਕਸਰ ਜਿਹੜੀ ਪੁਲਿਸ ਤੇ ਅਣਮਨੁੱਖੀ ਵਤੀਰਾ, ਅਣਮਨੁੱਖੀ ਵਰਤਾਓ, ਘਟੀਆ ਕਿਸਮ ਦਾ ਟੌਰਚਰ ਕਰਨ ਦੀ 3rd ਡਿਗਰੀ ਟੌਰਚਰ ਦੀਆਂ ਜਿਹੜੀਆਂ ਕੰਪਲੇਂਟਸ ਆ, ਸ਼ਿਕਾਇਤਾਂ, ਦੋਸ਼ ਆ ਸਾਹਮਣੇ ਆਉਂਦੇ ਨੇ। ਹੁਣ ਸੁਖਪਾਲ ਸਿੰਘ ਖਹਿਰਾ ਦੇ ਜਿਹੜਾ ਬੇਟਾ ਹੈ ਮਹਿਤਾਬ ਸਿੰਘ ਖਹਿਰਾ, ਉਹਨਾਂ ਨੇ ਟਵੀਟ ਵੀ ਕੀਤਾ ਤੇ ਆਪਣੀ ਫੇਸਬੁੱਕ ਪਰ ਵੀ ਪਾਇਆ ਤੇ ਕੁਝ ਪ੍ਰੈਸ ਨੂੰ ਬਿਆਨ ਵੀ ਜਾਰੀ ਕੀਤਾ ਹੈ ਕਿ ਉਹਨਾਂ ਦੇ ਪਿਤਾ ਦੇ ਨਾਲ ਆ ਜਿਹੜਾ ਚੰਡੀਗੜ੍ਹ ਪੁਲਿਸ ਅਣਮਨੁੱਖੀ ਵਰਤਾਅ ਕਰ ਰਹੀ ਹੈ, ਉਹਨਾਂ ਦੀ ਸਿੱਖੀ ਪਰ ਹਮਲਾ ਕਰ ਰਹੀ ਹੈ ਤੇ ਉਹਨਾਂ ਨੇ ਭੁੱਖ ਹੜਤਾਲ ਆ ਜਿਹੜੀ ਸੁਖਪਾਲ ਸਿੰਘ ਖਹਿਰਾ ਨੇ ਉਹ ਸ਼ੁਰੂ ਕਰ ਦਿੱਤੀ। ਇਹ ਪੁਲਿਸ ਦੇ ਅਣਮਨੁੱਖੀ ਵਤੀਰੇ ਦੀ ਪਹਿਲੀ ਘਟਨਾ ਨਹੀਂ, ਨਾ ਹੀ ਇਹ ਆਖਰੀ ਘਟਨਾ ਹੈ। ਜਦੋਂ ਵੀ ਪੁਲਿਸ ਦੇ ਕੋਲ ਕੋਈ ਦੋਸ਼ੀ ਆਉਂਦਾ ਹੈ ਤਾਂ ਪੁਲਿਸ ਆਪਣੀਆਂ ਮਨਮਾਨੀਆਂ ਕਰਦੀ ਹੈ, ਦਬਾਅ ਪਾ ਕੇ ਦੋਸ਼ੀ ਤੋਂ ਉਹ ਤੋਂ ਗੱਲਾਂ ਮਨਵਾਉਣ ਦਾ ਯਤਨ ਕਰਦੀ ਹੈ। ਜੋ ਪੁਲਿਸ ਨੂੰ ਚਾਹੀਦਾ ਉਸ ਵਿਅਕਤੀ ਤੋਂ, ਉਸ ਦੋਸ਼ੀ ਤੋਂ ਮੂੰਹ 'ਚ ਕਢਵਾਉਂਦੀ ਹੈ ਤੇ ਧੱਕੇ ਨਾਲ ਦਸਤਖਤ ਕਰਵਾ ਕੇ ਕੇਸ ਤਿਆਰ ਕਰਕੇ ਅਦਾਲਤਾਂ ਵਿੱਚ ਭੇਜਦੀ ਹੈ। ਬਹੁਤ ਸਾਰੀਆਂ ਘਟਨਾਵਾਂ ਜੇ ਆਪਾਂ ਅਤੀਤ ਵਿੱਚ ਜਾਈਏ ਤਾਂ ਦੇਖਣ ਦੇ ਵਿੱਚ ਆਉਂਦਾ ਕਿਵੇਂ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀਗਾ, ਖਾਲਿਸਤਾਨ ਦੀ ਮੂਵਮੈਂਟ ਜਿਹੜੇ ਕੁਝ ਕਿਹਾ ਗਿਆ ਕਿ ਚਲਾਈ ਗਈ ਆ ਟੈਰੋਰਿਸਟ ਵੱਲੋਂ, ਸਿੱਖਾਂ ਵੱਲੋਂ, ਜਿਹੜੇ ਸਿੱਖ ਅੱਤਵਾਦੀ ਜਿਹਨਾਂ ਨੂੰ ਕਿਹਾ ਗਿਆ, ਉਸ ਸਮੇਂ ਵੀ ਪੰਜਾਬ ਦੀ ਪੁਲਿਸ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਚੱਕਿਆ, ਜਿਹਦੇ ਬਾਰੇ ਕਿਹਾ ਕਿ ਚੱਕ ਕੇ ਨੌਜਵਾਨਾਂ ਦਾ ਘਾਣ ਕੀਤਾ ਗਿਆ, ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਤੇ ਉਹਨਾਂ 'ਤੇ ਤਸ਼ੱਦਦ ਕੀਤਾ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਰ-ਬਾਰ ਪੁਲਿਸ 'ਤੇ ਅਜਿਹੇ ਦੋਸ਼ ਲੱਗਦੇ ਨੇ। ਪੰਜਾਬ ਦੇ ਜਿਹੜੇ ਵੱਡੇ ਪੋਲੀਟੀਕਲ ਲੋਕ ਨੇ ਉਹ ਵੀ ਇਹ ਗੱਲ ਕਰਦੇ ਨੇ ਕਿ ਜਿਹੜਾ ਵਤੀਰਾ, ਮਨੁੱਖੀ ਵਤੀਰਾ ਹੈ ਉਹ ਪੁਲਿਸ ਵੱਲੋਂ ਕੀਤਾ ਜਾ ਰਿਹਾ, ਪਰ ਪੁਲਿਸ ਕਿਉਂ ਨਹੀਂ ਰੋਕ ਰਹੀ, ਪੁਲਿਸ ਟੌਰਚਰ ਕਰਨ 'ਤੇ ਕਿਉਂ ਨਹੀਂ ਹਟ ਰਹੀ? ਇਹਦੇ ਦੋ ਕਾਰਨ ਨੇ। ਦੇਖੋ, ਇੱਕ ਤਾਂ ਪੁਲਿਸ ਦੇ ਕੋਲ ਕੋਈ ਅਜਿਹਾ ਪੈਰਾਮੀਟਰ ਨਹੀਂ ਕਿ ਉਹ ਪੈਰਾਮੀਟਰ ਲਾ ਕੇ ਦੱਸ ਦੇਵੇ ਕਿ ਬੰਦਾ ਦੋਸ਼ੀ ਹੈ ਜਾਂ ਨਹੀਂ ਹੈ। ਪੁਲਿਸ ਨੇ ਜਿਸ ਮਾਮਲੇ ਦੇ ਵਿੱਚ ਪੁੱਛਗਿੱਛ ਕਰਨੀ ਹੁੰਦੀ ਆ ਤਾਂ ਉਹਨੇ ਥੋੜ੍ਹੀ ਬਹੁਤੀ ਪੁੱਛਗਿੱਛ ਕਰਨ ਵਾਸਤੇ ਉਹ ਸਖਤੀ ਵਰਤਦੀ ਹੈ। ਜਦੋਂ ਉਹਨਾਂ ਨੂੰ ਨਹੀਂ ਕੋਈ ਤਸੱਲੀ ਬਖਸ਼ ਜਵਾਬ ਪੁਲਿਸ ਨੂੰ ਮਿਲਦਾ ਤਾਂ ਪੁਲਿਸ ਫਿਰ ਅਜਿਹਾ ਜਿਹੜਾ ਗੈਰ ਮਨੁੱਖੀ ਵਤੀਰਾ ਵਰਤਦੀ ਆ, ਟੌਰਚਰ ਕਰਦੀ ਆ, ਕਰੰਟ ਲਾਉਣ ਤੱਕ ਜਾਂਦੀ ਆ ਤੇ ਪਟੇ ਫੇਰਨ ਤੱਕ ਜਾਂਦੀ ਆ, ਜਾਂ ਅਜਿਹਾ ਵਰਤਾਰਾ ਕਰਦੀ ਆ ਜਿਹੜਾ ਤੁਸੀਂ ਸੋਚ ਨਹੀਂ ਸਕਦੇ। ਜਾਂ ਤੁਸੀਂ ਜਦੋਂ ਪੁੱਛ ਪੜਤਾਲ ਕਰਦੇ ਆ ਉਹ ਜਿਹੜੇ ਹਥਿਆਰ ਉੱਥੇ ਸਮਾਨ ਆ ਉਹਦੇ ਵਰਤਣ ਦੀ ਮਨਾਹੀ ਆ, ਜਿਹੜੀਆਂ ਅਦਾਲਤਾਂ ਪਹਿਲਾਂ ਹੀ ਕਹਿ ਚੁੱਕੀਆਂ, ਜਿਵੇਂ ਕਿ ਪਟਿਆ, ਉੱਥੇ ਪਟਾ ਦੀ ਜਿਹੜੀ ਵਰਤੋਂ ਨਹੀਂ ਕੀਤੀ ਜਾ ਸਕਦੀ। ਪਰ ਫਿਰ ਵੀ ਪੁਲਿਸ ਵੱਲੋਂ ਜਦੋਂ ਕਿਸੇ ਦੀ ਦੋਸ਼ੀ ਦੀ ਪੁੱਛਗਿੱਛ ਕਰਨ ਵਾਸਤੇ ਉੱਥੇ ਜਿਹੜੀ ਪਟੇ ਦੀ ਵਰਤੋਂ ਜਿਹੜੀ ਕੀਤੀ ਜਾ ਰਹੀ ਆ, ਉਹ ਬਹੁਤ ਜਿਹੜੇ ਸੀਆਈਜ਼ ਦੇ ਸਟਾਫ ਨੇ ਜਾਂ ਜਿੱਥੇ ਇਹ ਜਿਹੜੇ ਕੇਂਦਰ ਬਣਾਏ ਹੋਏ ਨੇ ਪੁਲਿਸ ਨੇ, ਉੱਥੇ ਅਜਿਹੇ ਜਿਹੜੇ ਕਿ ਹਥਿਆਰ ਰੱਖੇ ਹੋਏ ਨੇ, ਅਜਿਹਾ ਸਮਾਨ ਰੱਖਿਆ ਹੋਇਆ ਹੈ ਜਿਹਦਾ ਦੇ ਰਾਹੀਂ ਪੁਲਿਸ ਆਪਣੇ ਦੋਸ਼ੀ ਪਰ ਅਤਿਆਚਾਰ ਕਰਦੀ ਹੈ ਤੇ ਉਹ ਤੋਂ ਪੁੱਛ ਪੜਤਾਲ ਕਰਦੀ ਹੈ। ਇਹੀ ਗੱਲ ਹੁਣ ਸੁਖਪਾਲ ਖਹਿਰਾ ਦੇ ਬੇਟੇ ਨੇ ਕਿਹਾ ਕਿ ਉਹਨਾਂ ਦਾ ਕੜਾ ਜਿਹੜਾ ਤਰਾਇਆ ਗਿਆ। ਦੇਖੋ, ਜਿੱਥੇ ਤੱਕ ਕਕਾਰਾਂ ਦੀ ਗੱਲ ਆ, ਕੜਾ ਜਿਹੜਾ ਬਹੁਤ ਲੋਕਾਂ ਨੇ ਪਾਇਆ ਹੁੰਦਾ ਹੈ, ਜਿਹੜੇ ਕਈਆਂ ਨੇ ਅੰਮ੍ਰਿਤ ਛਕਿਆ ਹੋਇਆ, ਦਸਤਾਰ ਸਜਾਈ ਹੋਈ ਆ, ਦਾੜਾ ਪ੍ਰਕਾਸ਼ ਕੀਤਾ ਹੋਇਆ, ਕਈਆਂ ਨੇ ਅੰਮ੍ਰਿਤਧਾਰੀ ਨੇ, ਪੂਰੇ ਸਿੱਖ ਅੰਮ੍ਰਿਤਧਾਰੀ ਨੇ, ਉਹਨਾਂ ਦੇ ਜੇ ਕਕਾਰਾਂ ਨਾਲ ਬੇਅਦਬੀ ਹੋਵੇ ਤਾਂ ਇਹ ਇੱਕ ਬਹੁਤ ਵੱਡੀ ਪੁਲਿਸ ਦੀ ਜਾਣੀ ਕਿ ਕਕਾਰਾਂ ਪਰ ਹਮਲਾ, ਅਣਗਹਿਲੀ ਆ। ਹੁਣ ਉਹਨੂੰ ਕੜੇ ਨੂੰ ਜੋੜ ਕੇ ਜੇ ਇਹ ਗੱਲ ਕਹਿਣਾ ਕਿ ਪੁਲਿਸ ਜਿਹੜੀ ਉਹਨਾਂ ਦੇ ਕਕਾਰਾਂ ਦੀ ਦੁਰਵਰਤੋਂ ਕਰ ਰਹੀ ਹੈ, ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਜਿਹੜੇ ਸਿੱਖਾਂ ਦੇ ਸੈਂਟੀਮੈਂਟਸ ਨੇ ਜਾਂ ਸਿੱਖੀ ਪਰ ਜਿਹੜੇ ਹਮਲਾ ਕਰ ਰਹੇ ਨੇ ਲੋਕ ਨੇ, ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਸੁਖਪਾਲ ਸਿੰਘ ਖਹਿਰਾ ਦੇ ਜਿਹੜਾ ਬੇਟਾ ਮਹਿਤਾਬ ਸਿੰਘ ਉਹਨਾਂ ਨੇ ਕੀਤੀ ਆ ਕਿ ਉਹਨਾਂ ਦਾ ਜਿਹੜਾ ਕੜਾ ਤਰਾਇਆ ਗਿਆ। ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਹੁੰਦੇ ਆ ਜਾਂ ਬੈਰਕ ਦੇ ਵਿੱਚ ਕਿੱਥੇ ਰੱਖਿਆ ਜਾਂਦਾ ਤਾਂ ਪੁਲਿਸ ਕੀ ਕਰਦੀ ਆ ਕਿ ਜਿਹੜਾ ਉੱਥੇ ਦੋਸ਼ੀ ਆ ਉਹ ਕੋਈ ਅਜਿਹੀ ਘਟਨਾ ਨੂੰ ਅੰਜਾਮ ਨਾ ਦੇਵੇ ਤਾਂ ਉਹਦੀ ਜਿਹੜੀ ਬੈਲਟ ਲਾਈ ਹੋਈ ਹੁੰਦੀ ਆ ਜਾਂ ਸਿਰ ਪਰ ਬੰਨ੍ਹਣ ਵਾਲਾ ਕੋਈ ਕੱਪੜਾ ਹੁੰਦਾ, ਕੋਈ ਅਜਿਹੀਆਂ ਚੀਜ਼ਾਂ ਨੂੰ ਉਹ ਉਤਰਾ ਦਿੰਦੀ ਆ ਤਾਂ ਕਿ ਉਹ ਕੋਈ ਖੁਦਕਸ਼ੀ ਕਰਨ ਦਾ ਕੋਈ ਯਤਨ ਨਾ ਕਰ ਲਵੇ। ਕੱਲ੍ਹ ਨੂੰ ਪੁਲਿਸ ਦੀ ਕਸਟਡੀ ਦੇ ਵਿੱਚ ਕੋਈ ਬੰਦਾ ਅਜਿਹੀ ਘਟਨਾ ਨੂੰ ਅੰਜਾਮ ਦੇ ਦੇਵੇ ਤਾਂ ਪੁਲਿਸ ਪਰ ਉਲਟਾ ਜਿਹੜੀ ਕਾਰਵਾਈ ਸ਼ੁਰੂ ਹੋ ਜਾਂਦੀ ਆ, ਉਲਟਾ ਪੁਲਿਸ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਆ। ਇਸ ਕਰਕੇ ਪੁਲਿਸ ਆ ਜਿਹੜੀ ਉਹ ਜਿਹੜੇ ਦੋਸ਼ੀ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ, ਜਿਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ, ਉਹਨਾਂ ਤੋਂ ਅਜਿਹੇ ਜਿਹੜੇ ਕੱਪੜੇ ਆ ਉਹ ਲੁਹਾ ਲਏ ਜਾਂਦੇ ਨੇ। ਫਿਰ ਜਾਣ ਬੁੱਝ ਕੇ ਖਾਸ ਕਰਕੇ ਪੁਲਿਸ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਨੂੰ ਜਾਣ ਬੁੱਝ ਕੇ ਜਲੀਲ ਕਰਤੀ ਆ। ਹੁਣ ਤੱਕ ਪਿੱਛੇ ਜਿਹੜੀਆਂ ਕਿੰਨੀ ਵਾਰੀ ਜਿਹੜੇ ਵੱਡੇ ਲੀਡਰ ਆ ਉਹਨਾਂ ਨੂੰ
ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ। ਉਹੀ ਗੱਲ ਜਿਹੜੀ ਜਲੀਲਤਾ ਭਰੀ ਦੀ ਗੱਲ ਆ, ਉਹ ਮਹਿਤਾਬ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੇ ਨਾਲ ਗੈਰ ਮਨੁੱਖੀ ਵੀ ਜਿਹੜਾ ਵਰਤਾਰਾ ਉਹ ਕੀਤਾ ਜਾ ਰਿਹਾ ਹੈ। ਸੁਖਪਾਲ ਸਿੰਘ ਖਹਿਰਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਬੋਲਦੇ ਆ ਰਹੇ ਨੇ। ਖਾਸ ਕਰਕੇ ਜਿਹੜਾ ਕੇਂਦਰ ਸਰਕਾਰ ਨੇ ਅਨਲਾਫੁਲ ਐਕਟੀਵਿਟੀ ਐਕਟ ਤਿਆਰ ਕੀਤਾ, ਐਕਟ ਬਣਾਇਆ, ਹੋਂਦ ਵਿੱਚ ਲਿਆਂਦਾ, ਉਹਦੇ ਖਿਲਾਫ ਜੇਕਰ ਬੋਲਿਆ ਤਾਂ ਸੁਖਪਾਲ ਸਿੰਘ ਖਹਿਰਾ ਬੋਲਿਆ। 26 ਜਨਵਰੀ ਦੀ ਘਟਨਾ ਦੇ ਦਿਨ ਉੱਥੇ ਕਿਵੇਂ ਇੱਕ ਜਿਹੜਾ ਨੌਜਵਾਨ ਸੀਗਾ ਉਹਦੇ ਬਾਲਾਂ ਪਰ ਪੈਰਾਂ ਪਰ ਸਿਰ ਪਰ ਪੈਰ ਰੱਖ ਕੇ ਕਿਵੇਂ ਪੁਲਿਸ ਨੇ ਉਹਦੇ ਨਾਲ ਤਸ਼ੱਦਦ ਕੀਤਾ ਸੀਗਾ, ਉਸ ਘਟਨਾ ਦੇ ਖਿਲਾਫ ਵੀ ਸੁਖਪਾਲ ਸਿੰਘ ਖਹਿਰਾ ਬੋਲਿਆ। ਹੋਰ ਮਾਮਲਿਆਂ ਦੇ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਬੋਲਦਾ। ਕਿਤੇ ਨਾ ਕਿਤੇ ਇਹ ਜਿਹੜੀ ਸਾਜ਼ਿਸ਼ ਆ, ਇਹ ਲੱਗ ਰਿਹਾ ਹੈ ਕਿ ਜਾਣ ਬੁੱਝ ਕੇ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਸਾਜ਼ਿਸ਼ ਦੇ ਅਧੀਨ ਹਿਰਾਸਤ ਵਿੱਚ ਲਿਆ। ਇੱਕ ਉਹ ਬਹੁਤ ਪੁਰਾਣੇ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਅਦਾਲਤ ਦੇ ਵਿੱਚ ਬਹੁਤ ਦੇਰ ਬਾਅਦ ਕਿਹਾ ਕਿ ਇਹਨਾਂ ਦੇ ਪਰ ਜਿਹੜਾ ਡਰੱਗ ਦਾ ਕੋਈ ਮਾਮਲਾ ਵੀ ਉਹਦੇ ਵਿੱਚ ਸੁਖਪਾਲ ਖਹਿਰਾ ਦਾ ਹੱਥ ਆ, ਉਹਦੇ ਵਿੱਚ ਨਾਂ ਜੋੜਿਆ ਗਿਆ। ਇਹ ਇੱਕ ਵੱਡੀ ਸਾਜ਼ਿਸ਼ ਆ। ਹੁਣ ਰਿਮਾਂਡ ਆ ਜਿਹੜਾ 7 ਦਿਨ ਦਾ ਪੁਲਿਸ ਨੇ ਲਿੱਤਾ ਹੋਇਆ, ਉਹ ਰਿਮਾਂਡ ਦੀ ਪੂਰੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕੀ ਹੋਵੇਗਾ, ਫਿਰ ਜਿਹੜੀ ਸਾਰੀ ਸਥਿਤੀ ਆ ਉਹ ਸਾਹਮਣੇ ਆਵੇਗੀ। ਹਾਂ ਸਰ, ਚੰਡੀਗੜ੍ਹ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਦੌਰਾਨ ਉਹਨਾਂ ਨੇ ਪੰਜਾਬ ਲੋਕ ਹਿੱਤ ਪਾਰਟੀ ਨਾਲ ਆਪਣੀ ਪਾਰਟੀ ਦੇ ਗੱਠਜੋੜ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਜੋ ਪੁੱਛਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਉਹਨਾਂ ਦੀ ਪਾਰਟੀ ਦਾ ਗੱਠਜੋੜ ਹੋਣਾ ਸੀ, ਉਹ ਸੁੱਤੇ ਵੀ ਨਾ ਕਿਹਾ ਗਿਆ ਤੱਕ ਇਸ ਬਾਰੇ ਕੋਈ ਗੱਲ ਨਹੀਂ ਚੱਲੀ। ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸੁਖਪਾਲ ਸਿੰਘ ਖਹਿਰਾ ਨੇ ਜਦੋਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਤੀਆਂ, ਉਹਨਾਂ ਨੇ ਵੀ ਇੱਕ ਆਪਣਾ ਗੱਠਜੋੜ ਬਣਾਇਆ ਸੀਗਾ। ਹੁਣ ਅਕਾਲੀ ਦਲ ਦਾ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਬਣਿਆ ਹੋਇਆ। ਜਦੋਂ ਕੋਈ ਵੀ ਚੋਣਾਂ ਆਉਂਦੀਆਂ, ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ, ਛੋਟੀਆਂ-ਮੋਟੀਆਂ ਪਾਰਟੀਆਂ ਹੁੰਦੀਆਂ, ਇਹ ਆਪਣਾ ਪ੍ਰਭਾਵ ਦੇਣ ਵਾਸਤੇ ਜਾਂ ਜਿਹੜਾ ਖਿੰਡਰਿਆ ਹੋਇਆ ਵੋਟ ਬੈਂਕ ਆ ਉਹਨੂੰ ਇਕੱਠਾ ਕਰਨ ਵਾਸਤੇ ਅਜਿਹਾ ਯਤਨ ਕਰਦੇ ਨੇ ਤੇ ਕਰਨਾ ਵੀ ਚਾਹੀਦਾ। ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾ ਚੱਲਦੀ ਰਹੀ ਆ ਕਿ ਜਿਹੜਾ ਅਕਾਲੀ ਦਲ ਸੰਯੁਕਤ ਆ, ਇਹ ਇੱਕ ਇਕੱਠਾ ਹੋ ਸਕਦਾ, ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰ ਸਕਦਾ, ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹਨੂੰ ਮਰਜ ਕੀਤਾ ਜਾਵੇ। ਪਹਿਲਾਂ ਅਕਾਲੀ ਦਲ ਆ ਜਿਹੜਾ ਟਕਸਾਲੀ ਬਣਿਆ ਹੋਇਆ ਸੀਗਾ, ਜਿਹੜਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਣਾਇਆ ਹੋਇਆ ਤਾਂ, ਤੇ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਅਕਾਲੀ ਦਲ ਵੱਖਰਾ ਸੀਗਾ। ਪਹਿਲਾਂ ਤਾਂ ਇਹ ਦੋਨੇ ਇਕੱਠੇ ਹੋਏ ਤੇ ਇਹਨਾਂ ਨੇ ਸਾਂਝਾ ਨਾਮ ਜਿਹੜਾ ਅਕਾਲੀ ਦਲ ਸੰਯੁਕਤ ਰੱਖਿਆ। ਆਪਣੇ ਦੋਵਾਂ ਨੇ ਅਕਾਲੀ ਦਲ ਆ ਜਿਹੜੇ ਭੰਗ ਕੀਤੇ ਆ। ਕਿਤੇ ਨਾ ਕਿਤੇ ਜਿਹੜੀ ਸੱਤਾ ਦੀ ਹੋੜ ਆ, ਸੱਤਾ ਦੀ ਪ੍ਰਾਪਤੀ ਵਾਸਤੇ ਇਹ ਲੱਗੀ ਹੋਈ ਆ। ਕਈ ਬੰਦੇ ਆ ਰਹੇ ਆ, ਕਈ ਜਾ ਰਹੇ ਆ। ਉਹਨਾਂ ਦੇ ਜਿਹੜੇ ਸੀਨੀਅਰ ਆਗੂ ਤੇ ਵੀਰ ਦਵਿੰਦਰ ਸਿੰਘ ਉਹ ਚੁੱਪਚਾਪ ਬੈਠੇ ਨੇ। ਇੱਦਾਂ ਹੀ ਕਈ ਹੋਰ ਆਗੂ ਨੇ ਜਿਹੜੇ ਮਾਲਵੇ ਨਾਲ ਸੰਬੰਧਿਤ ਨੇ, ਮਾਝੇ ਨਾਲ ਸੰਬੰਧਿਤ ਨੇ, ਉਹ ਚੁੱਪਚਾਪ ਬੈਠ ਕੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਦੇ ਖਾਸ ਮੰਨੇ ਜਾਂਦੇ ਸੀਗੇ। ਇਸ ਕਰਕੇ ਜਦੋਂ ਚੋਣਾਂ ਨੇੜੇ ਆਉਂਦੀਆਂ, ਚੋਣਾਂ ਆ ਕੇ ਬਹੁਤ ਸਾਰੇ ਦਲ ਆ ਜਿਹੜੇ ਇਕੱਠੇ ਹੁੰਦੇ ਆ। ਗੱਲ ਇਹ ਹੈ ਕਿ ਇਹ ਦਲ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਮਝੌਤੇ ਕਰਕੇ ਜਿਹੜੀਆਂ ਆਪਣੀਆਂ ਭੀੜ ਆ ਜਾਂ ਜਿਹੜੇ ਲੋਕ ਆ ਉਹਨਾਂ ਨੂੰ ਕਿੰਨਾ ਕੁ ਮੋਟੀਵਾਈ ਕਰਕੇ ਉਹਨਾਂ ਨੂੰ ਕਿੰਨਾ ਕੁ ਆਪਣਾ ਵੋਟਾਂ ਦੇ ਵਿੱਚ ਵਰਤ ਸਕਦੇ ਨੇ ਜਾਂ ਉਹਨਾਂ ਨੂੰ ਤਬਦੀਲ ਕਰ ਸਕਦੇ ਨੇ, ਕਿੰਨੀਆਂ ਕੁ ਵੋਟਾਂ ਇਹਨਾਂ ਨੂੰ ਪੈ ਸਕਦੀਆਂ, ਉਹ ਦੇਖਣ ਵਾਲੀ ਗੱਲ ਹੁੰਦੀ ਆ। ਬਾਕੀ ਤਾਂ ਗੱਲ ਇਹ ਹੈ ਕਿ ਸਮਝੌਤੇ ਆ ਜਿਹੜੇ ਉਹ ਹੋਣੇ ਆ। ਸੁਖਦੇਵ ਸਿੰਘ ਢੀਂਡਸਾ ਬਾਰ-ਬਾਰ ਕਹਿ ਚੁੱਕੇ ਆ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਬਾਰ-ਬਾਰ ਕਹਿ ਚੁੱਕੇ ਆ ਕਿ ਉਹਨਾਂ ਦਾ ਬੀਜੇਪੀ ਅਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਨਾਲ ਜਿਹੜਾ ਸਮਝੌਤੇ ਵਾਸਤੇ ਹੱਥ ਖੁੱਲ੍ਹੇ ਨੇ। ਪਹਿਲਾਂ ਵੀ ਉਹਨਾਂ ਨੇ ਕਈ ਪਾਰਟੀਆਂ ਜਿਹੜੀਆਂ ਬਹੁਜਨ ਸਮਾਜ ਪਾਰਟੀ 'ਚੋਂ ਨਿਕਲ ਕੇ ਜਿਹੜੇ ਉਹਨਾਂ ਦੇ ਰਾਈਵਲ ਗਰੁੱਪ ਨੇ ਬਹੁਜਨ ਸਮਾਜ ਪਾਰਟੀ ਦੇ 3-4, ਉਹ ਵੀ ਇਹਨਾਂ ਨੇ ਗੱਠਜੋੜ ਉਹਨਾਂ ਨਾਲ ਵੀ ਕੀਤਾ ਹੋਇਆ। ਢੀਂਡਸਾ ਹੁਣ ਸਾਰੀਆਂ ਪਾਰਟੀਆਂ ਦੇ ਗੱਠਜੋੜ ਇਕੱਠੇ ਕਰਨ ਲੱਗਾ ਹੋਇਆ ਤਾਂ ਕਿ ਜਿਹੜੀਆਂ ਸੱਤਾ ਵਿਰੋਧੀ ਵੋਟਾਂ ਪੈਣੀਆਂ ਨੇ ਜਾਂ ਜਿਹੜੀ ਸਰਕਾਰ ਦੇ ਵਿਰੁੱਧ ਵੋਟਾਂ ਪੈਣ ਵਾਲੀਆਂ ਨੇ ਉਹਨਾਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਜਾ ਸਕੇ। ਇਹ ਜਿਹੜੀ ਕੋਸ਼ਿਸ਼ ਆ ਅਕਾਲੀ ਦਲ ਸੰਯੁਕਤ ਦੀ ਜਿਹੜੀ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀ ਹੈ। ਹੁਣ ਇਹਨਾਂ ਨੂੰ ਕਿੰਨਾ ਕੁ ਲਾਭ ਮਿਲਦਾ ਵੋਟਾਂ ਦੇ ਵਿੱਚ, ਕਿੰਨੀਆਂ ਕਿ ਕਨਵਰਟ ਕਰ ਸਕਦੇ ਆ ਵੋਟਾਂ ਦੇ ਵਿੱਚ ਆਪਣੇ ਜਿਹੜੇ ਇਹ ਦਲ ਇਕੱਠੇ ਹੋ ਰਹੇ ਨੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਸੇ ਤਰ੍ਹਾਂ ਜਿਹੜੀ ਤੁਸੀਂ ਪੰਜਾਬ ਲੋਕ ਹਿੱਤ ਪਾਰਟੀ ਦੀ ਗੱਲ ਕੀਤੀ ਆ, ਜਿਹੜੇ ਬਿਰਬੀ ਆ, ਜਿਹੜੇ ਕਾਂਗਰਸ ਦੇ ਵੱਡੇ ਆਗੂ ਰਹੇ ਆ, ਸਾਬਕਾ ਮੰਤਰੀ ਰਹੇ ਆ ਬੇਅੰਤ ਸਿੰਘ ਸਰਕਾਰ ਦੇ ਵਿੱਚ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਰਟੀ ਬਣਾਈ ਆ ਕਿ ਜਿਹੜਾ ਖਾਸ ਕਰਕੇ ਉਸ ਪਾਰਟੀ ਦੇ ਵਿੱਚ ਜਿਹੜੇ BC ਭਾਈਚਾਰਾ ਦੇ ਲੋਕ ਨੇ ਉਹਦੇ ਵਿੱਚ ਜ਼ਿਆਦਾ ਸ਼ਾਮਲ ਹੋਏ ਨੇ। ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੈ ਉਹਨਾਂ ਨੇ ਜਿਹੜਾ BC ਭਾਈਚਾਰਾ ਉਹਨਾਂ ਦੀ ਪਿਛੜੀ ਸ਼੍ਰੇਣੀ ਵਰਗ ਦੀ ਕੋਈ ਬਹੁਤੀ ਸੁਣਵਾਈ ਨਹੀਂ ਕੀਤੀ। ਉਹਨਾਂ ਨੂੰ ਵੋਟ ਬੈਂਕ ਵਜੋਂ ਹੀ ਵਰਤਿਆ ਜਾ ਰਿਹਾ ਹੈ। ਚਾਹੇ SC ਵਰਗ ਹੋਵੇ ਚਾਹੇ BC ਵਰਗ ਹੋਵੇ, ਸਰਕਾਰਾਂ ਉਹਨਾਂ ਨੂੰ ਵੋਟ ਬੈਂਕ ਵਜੋਂ ਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਰਤਦੀਆਂ ਰਹੀਆਂ ਨੇ। ਨਾਮ ਜਾਂ ਸਕੀਮਾਂ ਉਹਨਾਂ ਦੇ ਨਾਮ ਪਰ ਬਹੁਤ ਬਣਾਉਂਦੇ ਨੇ
ਕਿ ਅਸੀਂ ਐਸਸੀ ਵਾਸਤੇ ਇਹ ਕਰਤਾ, ਅਸੀਂ ਬੀਸੀ ਵਾਸਤੇ ਉਹ ਕਰਤਾ, ਪਰ ਉਹਨਾਂ ਨੂੰ ਸਹੀ ਮਾਇਨੇ ਦੇ ਵਿੱਚ ਲਾਭ ਨਹੀਂ ਮਿਲਦਾ। ਖਾਸ ਕਰਕੇ ਹੁਣ ਜਦੋਂ ਰਾਜਨੀਤਿਕ ਪਰਿਸਥਿਤੀਆਂ ਇਦਾਂ ਦੀਆਂ ਬਣ ਜਾਣ, ਫਿਰ ਇਹ ਲੋਕ ਆ ਜਿਹੜੇ ਇਹ ਵੀ ਇਹ ਮਹਿਸੂਸ ਕਰਨ ਲੱਗ ਪਏ ਕਿ ਸਾਨੂੰ ਜਦੋਂ ਤੱਕ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ, ਰਾਜਨੀਤਿਕ ਤਾਕਤ ਨਹੀਂ ਮਿਲਦੀ, ਉਦੋਂ ਤੱਕ ਕੁਝ ਨਹੀਂ ਮਿਲ ਸਕਦਾ। ਇਸ ਕਰਕੇ ਹੁਣ ਜਿਹੜੀਆਂ ਦੇਸ਼ ਦੇ ਵਿੱਚ ਜਿਵੇਂ ਮਾਹੌਲ ਬਣਦਾ ਜਾ ਰਿਹਾ, ਜਾਤ ਦੇ ਨਾਮ 'ਤੇ ਧਰਮ ਦੇ ਆਧਾਰ 'ਤੇ ਵਰਗ ਵੰਡ ਹੋ ਰਹੀ ਹੈ, ਇੱਦਾਂ ਹੀ ਇਹ ਸੂਬਿਆਂ ਵਿੱਚ ਵੀ ਹੋਣ ਲੱਗ ਪਈ। ਇੱਕ ਪਾਸੇ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਵੀ ਹੋ ਰਿਹਾ, ਕਿਉਂਕਿ ਅਸੀਂ ਜਾਤ ਪਾਤ ਤੇ ਧਰਮ ਦੇ ਨਾਂ 'ਤੇ, ਖੇਤਰਵਾਦ ਦੇ ਨਾਂ 'ਤੇ ਫਿਰ ਅਸੀਂ ਆਪਣੇ ਆਪ ਦੇ ਵਿੱਚ ਵੰਡੀਆਂ ਪਾਉਂਦੇ ਜਾ ਰਿਹਾ। ਦੂਜਾ ਪੱਖੇ ਦਾ ਇਹ ਵੀ ਆ ਕਿ ਜਿਹੜੇ ਉਹ ਲੋਕ ਨੇ ਜਿਹੜੇ ਸਦਾ ਤੋਂ ਹੀ ਲਤਾੜੇ ਰਹੇ ਨੇ, ਜਾਂ ਜਿਨ੍ਹਾਂ ਦੀ ਹੋਂਦ ਨੂੰ ਅਣਦੇਖਾ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ ਗਿਆ, ਉਹਨਾਂ ਵਾਸਤੇ ਚੰਗੀ ਗੱਲ ਵੀ ਹੈਗੀ ਹੈ ਕਿ ਉਹ ਆਪਣੀਆਂ ਹੱਕੀ ਹਕੂਕੀ ਮੰਗਾਂ ਨੂੰ ਲੈ ਕੇ, ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ, ਅਤੇ ਉਹ ਇਕੱਠੇ ਹੋਣ ਲੱਗੇ ਨੇ। ਜੇਕਰ ਪੰਜਾਬ ਦੇ ਵਿੱਚ ਐਸਸੀ ਤੇ ਬੀਸੀ ਵਰਗ ਹੀ ਇਕੱਠਾ ਹੋ ਜਾਵੇ, ਮੰਨਿਆ ਜਾ ਰਿਹਾ ਕਿ ਐਸਸੀ ਤੇ ਬੀਸੀ ਵਰਗ ਜੇ ਇਕੱਠਾ ਹੋ ਜਾਵੇ ਤਾਂ ਇਹਨਾਂ ਦੀ 70% ਦੇ ਕਰੀਬ ਵੋਟ ਬਣਦੀ ਹੈ। ਜੇ ਇਕੱਠਾ ਹੋ ਜਾਵੇ ਤਾਂ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀਆਂ ਦੂਜੀ ਪਾਰਟੀ, ਕੋਈ ਵੀ ਪੋਲੀਟੀਕਲ ਪਾਰਟੀਆਂ, ਉਹਨਾਂ ਨੂੰ ਪੜ੍ਹਨਾ ਪੈ ਸਕਦਾ। ਪਰ ਹੋ ਕਿਆ ਰਿਹਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਇਸ ਢੰਗ ਨਾਲ ਆਪਣੀਆਂ ਰਣਨੀਤੀਆਂ ਬਣਾਉਂਦੀਆਂ ਕਿ ਇਹ ਜਿਹੜਾ ਸਮਾਜ ਆ ਐਸਸੀ ਤੇ ਬੀਸੀ, ਉਹਨੂੰ ਵੰਡ ਕੇ ਰੱਖਦੇ ਆ, ਉਹਨੂੰ ਇਕੱਠਾ ਨਹੀਂ ਹੋਣ ਦਿੱਤਾ। ਹੁਣ ਬੀਸੀ ਵਰਗ ਦਾ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਹਿੱਸੇਦਾਰੀ ਆ, ਐਸਸੀ ਵਰਗ ਦੀ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਥੋੜ੍ਹੀ ਹਿੱਸੇਦਾਰੀ ਹੈ, ਕਿਸੇ ਦੀ ਘੱਟ ਕਿਸੇ ਦੀ ਵੱਧ। ਇਸ ਕਰਕੇ ਜਿਹੜਾ ਹੁਣ ਲੋਕ ਹਿੱਤ ਪਾਰਟੀ ਆ, ਉਹਨੇ ਇਹੀ ਇੱਕ ਨਾਅਰਾ ਦਿੱਤਾ ਹੋਇਆ ਕਿ ਜਿਹੜਾ ਬੀਸੀ ਵਰਗ ਆ ਉਹਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ, ਰਾਜਨੀਤਿਕ ਪਾਰਟੀਆਂ ਨੇ ਸਿਰਫ ਵੋਟ ਬੈਂਕ ਵਜੋਂ ਹੀ ਵਰਤਿਆ। ਹੁਣ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ ਲੱਗੀਆਂ ਨੇ। ਜੇ ਇਕੱਠੀਆਂ ਹੋ ਕੇ ਇੱਕ ਰਾਏ ਬਣਾ ਕੇ ਅੱਗੇ ਵਧਣਗੀਆਂ, ਹੋ ਸਕਦਾ ਕਿ ਇਹਨਾਂ ਦੇ ਪੱਲੇ ਕੁਝ ਪੈ ਜਾਵੇ। ਪਰ ਜਿਹੜਾ ਤੁਸੀਂ ਸਮਝੌਤੇ ਦੀ ਗੱਲ ਕੀਤੀ ਹੈ, ਜਦੋਂ ਸਮਝੌਤਾ ਹੁੰਦਾ, ਵੋਟਾਂ ਪੈਂਦੀਆਂ, ਵੋਟਾਂ ਹੋਣੀਆਂ ਹੁੰਦੀਆਂ, ਤਾਂ ਅਜਿਹੇ ਗੱਠਜੋੜ ਆ ਜਿਹੜੇ ਪਹਿਲਾਂ ਵੀ ਅਤੀਤ ਵਿੱਚ ਬਹੁਤ ਹੋਇਆ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਹੋਣਗੇ। ਸਵਾਲ ਫਿਰ ਉੱਥੇ ਆ ਕੇ ਖੜ੍ਹਦਾ ਕਿ ਇਹ ਗੱਠਜੋੜ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਵੋਟ ਬੈਂਕ ਕਿੰਨਾ ਕੁ ਵਧਾਉਂਦੇ ਨੇ, ਕਿੰਨੀ ਕੁ ਪ੍ਰਤੀਸ਼ਤ ਜਿਹੜੀ ਵੋਟ ਖਿੱਚਦੇ ਨੇ, ਉਹ ਦੇਖਣ ਵਾਲੀ ਗੱਲ ਹੋਵੇਗੀ। ਹਾਂ ਸਰ, ਆਪਣਾ ਬੀਤੇ ਦਿਨ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਕਿਹਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕੰਮ ਕੀਤੇ ਜਾ ਰਹੇ ਨੇ। ਪਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਉਸ ਚੀਜ਼ ਤੋਂ ਸਾਫ਼ ਨਾ ਕਰਤੀ ਹੈ ਕਿ ਐਸਾ ਕੁਝ ਨਹੀਂ ਹੋ ਰਿਹਾ ਅਤੇ ਉਹਨਾਂ ਦੀ ਕੋਈ ਮੀਟਿੰਗ ਸੋਨੀਆ ਗਾਂਧੀ ਜਾਂ ਗਾਂਧੀ ਪਰਿਵਾਰ ਨਾਲ ਨਹੀਂ ਹੋ ਰਹੀ। ਤਾਂ ਤੁਸੀਂ ਇਸ ਸਭ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕੈਪਟਨ ਅਮਰਿੰਦਰ ਸਿੰਘ ਇੱਕ ਤਰ੍ਹਾਂ ਨਾਲ ਅਲੱਗ-ਥਲੱਗ ਹੋ ਕੇ ਬੈਠ ਗਏ ਨੇ। ਉਹਨਾਂ ਦੇ ਨਾਲ ਕੋਈ ਜਿਨ੍ਹਾਂ ਨੂੰ ਫਰਮਾਨ ਸੀਗਾ, ਉਹ ਜਿਹੜੇ ਆਗੂ ਸੀਗੇ, ਉਹ ਵੀ ਉਹਨਾਂ ਦਾ ਸਾਥ ਛੱਡ ਗਏ। ਖਾਸ ਕਰਕੇ ਸਰਦਾਰ ਲਾਲ ਸਿੰਘ ਹੋਰੀ ਜਾਂ ਰਾਣਾ ਸੋਢੀ, ਹੋਰ ਕਈ ਆਗੂ ਸੀਗੇ ਜਿਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੇ। ਪਰ ਅੱਜ ਕੈਪਟਨ ਅਮਰਿੰਦਰ ਸਿੰਘ ਅਲੱਗ-ਥਲੱਗ ਹੋ ਗਏ। ਰਿਪੋਰਟਾਂ ਇਹ ਆ ਰਹੀਆਂ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਕਈ ਵਾਰੀ ਸਮਾਂ ਮੰਗਿਆ, ਉਹਨੂੰ ਸਮਾਂ ਨਹੀਂ ਮਿਲ ਰਿਹਾ। ਉਹਨਾਂ ਨੇ ਪਾਰਟੀ ਤੋਂ, ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਕਾਂਗਰਸ ਨੇ ਉਹਦਾ ਅਸਤੀਫਾ ਜਿਹੜਾ ਸਵੀਕਾਰ ਕਰ ਲਿਆ ਅਤੇ ਉਹ ਇੱਕ ਨਵੀਂ ਆਪਣਾ ਪੰਜਾਬ ਕਾਂਗਰਸ ਲੋਕ ਕਾਂਗਰਸ ਜਿਹੜੀ ਬਣਾਉਣ ਦੀ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਬਣਾ ਰਿਹਾ, ਪੰਜਾਬ ਕਾਂਗਰਸ ਲੋਕ ਦਲ। ਪਰ ਉਹ ਜਿਹੜੀ ਪਾਰਟੀ ਆ ਉਹ ਵੀ ਹਲੇ ਹੋਂਦ ਵਿੱਚ ਨਹੀਂ ਆਈ, ਉਹਨਾਂ ਨੇ ਅਨਾਊਂਸ ਨਹੀਂ ਕੀਤੀ। ਭਾਵੇਂ ਕਿ ਉਹਨਾਂ ਨੇ ਦੱਸ ਦਿੱਤਾ ਤਾ ਕਿ ਇਸ ਨਾਮ ਨੂੰ ਲੈ ਕੇ ਅਸੀਂ ਪੰਜਾਬ ਜਿਹੜੀ ਲੋਕ ਕਾਂਗਰਸ ਆ ਉਹ ਬਣਾ ਰਹੇ ਆ, ਕਿ ਇੱਕ ਦਲ ਖੜ੍ਹਾ ਕੀਤਾ ਜਾ ਰਿਹਾ। ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਕੋਲ ਪ੍ਰਕਿਰਿਆ ਚੱਲ ਰਹੀ ਆ। ਪਰ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਲੱਗਣ ਲੱਗ ਪਿਆ ਕਿ ਇੰਨੀ ਛੇਤੀ ਪਾਰਟੀ ਬਣਾ ਕੇ ਲੋਕਾਂ ਵਿੱਚ ਜਾਣਾ, ਲੋਕਾਂ ਨੂੰ ਜਾ ਕੇ ਪ੍ਰੇਰਿਤ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ। ਕਿਉਂਕਿ ਜਦੋਂ ਉਹਨਾਂ ਦੇ ਹੱਥ ਵਿੱਚ ਸੱਤਾ ਸੀਗੀ, ਸਾਰਾ ਕੁਝ ਸਿਸਟਮ ਸੀਗਾ, ਪੂਰਾ ਹੀ ਚੜ੍ਹਾਈ ਸੀਗੀ, ਉਦੋਂ ਉਹ ਲੋਕਾਂ ਵਿੱਚ ਨਹੀਂ ਜਾ ਸਕੇ। ਜਦੋਂ ਕਿ ਉਹਨਾਂ ਦੇ ਨਾਲ ਇੱਕ ਜਾਣ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਲਾਈਨਾਂ ਲੱਗਦੀਆਂ ਸੀਗੀਆਂ, ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਸੀ, ਹਜੂਮ ਇਕੱਠਾ ਹੁੰਦਾ ਸੀਗਾ। ਅੱਜ ਜਦੋਂ ਅਲੱਗ-ਥਲੱਗ ਹੋ ਗਏ, ਉਹ ਲੋਕਾਂ ਦੇ ਵਿੱਚ ਕਿਵੇਂ ਜਾਣਗੇ? ਲੋਕਾਂ ਨੇ ਤੁਹਾਡੀ 4 ਸਾਲ ਦੀ 4.5 ਸਾਲ ਦੀ ਕਾਰਗੁਜ਼ਾਰੀ ਦੇਖਣੀ ਨਹੀਂ ਕਿ ਤੁਸੀਂ ਲੋਕਾਂ ਵਾਸਤੇ ਕੀ ਕੀਤਾ, ਲੋਕਾਂ ਦੇ ਕਿਹੜੇ ਕੰਮ ਕੀਤੇ ਨੇ। ਲੋਕ ਉਦੋਂ ਹੀ ਤੁਹਾਡੇ ਨਾਲ ਲੱਗਦੇ ਨੇ ਜਦੋਂ ਤੁਸੀਂ ਲੋਕ ਹਿੱਤ ਦੇ ਫੈਸਲੇ ਲੈਂਦੇ ਨੇ, ਲੋਕ ਹਿੱਤ ਦੇ ਕੰਮ ਕਰਦੇ ਨੇ। 4.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਾਰਜ ਨਹੀਂ ਕੀਤਾ। ਇਸ ਕਰਕੇ ਉਹਨਾਂ ਦੇ ਜਿਹੜੇ ਕੁਝ ਬੰਦੇ ਨੇ, ਜਾਂ ਇਹ ਗੱਲ ਹੁੰਦਾ ਕਿ ਕਈ ਵਾਰੀ ਜਿਹੜੀਆਂ ਪੋਲੀਟੀਕਲ ਲੋਕ ਹੁੰਦੇ ਨੇ, ਉਹ ਇੱਕ ਬਿਆਨ ਦੇ ਕੇ ਇੱਕ ਛੁਰਲੀ ਛੱਡਦੇ ਨੇ ਕਿ ਉਹਦੇ ਨਾਲ ਦੇਖੋ ਕਿੱਡੀ ਕੁ ਫੀਡਬੈਕ ਆਉਂਦੀ ਆ।
ਵੀ ਕਾਂਗਰਸ ਪਾਰਟੀ ਦੇ ਵਿੱਚ ਕਿੱਡੀ ਕੁ ਹਲਚਲ ਹੁੰਦੀ ਹੈ ਕਿ ਉਹਨਾਂ ਨੂੰ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ, ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਇੱਕ ਡਰਾਬਾ ਵੀ ਦੇਣਾ ਹੁੰਦਾ। ਖਾਸ ਕਰਕੇ ਹੁਣ ਜਿਵੇਂ ਬੀਜੇਪੀ ਨੇ ਅਸਤੀਫਾ ਤਾਂ ਇਹਨਾਂ ਨੇ ਦੇਤਾ ਕੈਪਟਨ ਅਮਰਿੰਦਰ ਸਿੰਘ, ਬੀਜੇਪੀ ਨੇ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਅ ਨਹੀਂ ਪਾਇਆ। ਠੀਕ ਆ, ਤੇ ਹੋ ਸਕਦਾ ਕਿ ਇਹ ਬਿਆਨ ਇਸ ਕਰਕੇ ਆਵੇ ਵੀ ਕਿ ਬੀਜੇਪੀ ਨੂੰ ਥੋੜ੍ਹਾ ਡਰ ਲੱਗ ਜਾਵੇ, ਬੀਜੇਪੀ ਨੂੰ ਚਿੰਤਾ ਹੋ ਗਈ ਜੇਕਰ ਉਹਨਾਂ ਨੇ ਅਜਿਹਾ ਨਾ ਕੀਤਾ, ਇਹ ਨਾ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਚਲੇ ਜਾਣ, ਜਿਸ ਕਰਕੇ ਡਰਾਅ ਦੇ ਵਾਸਤੇ ਇਹ ਬਿਆਨ ਆ ਜਿਹੜਾ ਦਿੱਤਾ ਹੋਵੇ ਤਾਂ ਕਿ ਬੀਜੇਪੀ ਆ ਜਿਹੜੀ ਮੁੜ ਉਹਨਾਂ ਸਰਗਰਮੀਆਂ ਵਧਾ ਸਕਦੇ। ਬੀਤੇ ਦਿਨ ਤੁਸੀਂ ਦੇਖਿਆ ਹੋਵੇ ਜਿਹੜੀ ਪਰਨੀਤ ਕੌਰ ਨੇ, ਇਹਨਾਂ ਦੇ ਮਿਸਿਜ ਨੇ, ਮੈਂਬਰ ਆਫ ਪਾਰਲੀਮੈਂਟ ਨੇ, ਉਹਨਾਂ ਨੇ ਜਿਹੜਾ ਸਿਸਮਾ ਫਾਰਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ। ਕੁਝ ਪਟਿਆਲੇ ਦੇ ਜਿਹੜੇ ਉੱਥੇ ਦੇ ਕੌਂਸਲਰ ਤੇ ਮੇਅਰ ਤੇ ਜਾਂ ਹੋਰ ਆਗੂ ਤੇ ਉਹ ਵੀ ਨਾਲ ਸੀਗੇ, ਤੇ ਨਾਲ ਦੀ ਨਾਲ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਆ ਜਿਹੜੇ ਮੁੱਖ ਮੰਤਰੀ, ਉਹਨਾਂ ਨਾਲ ਵੀ ਮੁਲਾਕਾਤ ਕਰਕੇ ਜਿਹੜੇ ਪਟਿਆਲੇ ਦੇ ਮਸਲੇ ਆ ਉਹਨਾਂ ਨੂੰ ਉਭਾਰਨ ਦਾ ਯਤਨ ਕੀਤਾ ਤੇ ਕਿਹਾ ਕਿ ਇਹ ਮਸਲੇ ਹੱਲ ਹੋਣੇ ਚਾਹੀਦੇ ਆ। ਹੁਣ ਇੱਥੇ ਤੇ ਵੱਡੀ ਚਿੰਤਾ ਵਾਲੀ ਗੱਲ ਇਹ ਆ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ 4.5 ਸਾਲ ਮਹਾਰਾਜਾ ਸਾਹਿਬ ਦਾ ਆਪਣਾ ਜਿਹਨੂੰ ਸ਼ਹਿਰ ਹੋਵੇ, ਜਿਨ੍ਹਾਂ ਨੂੰ ਸ਼ਾਹੀ ਸ਼ਹਿਰ ਕਿਹਾ ਜਾਂਦਾ ਹੈ, ਮਹਾਰਾਜਾ ਦਾ ਸ਼ਹਿਰ ਆ, ਪਰਨੀਤ ਕੌਰ ਆ, ਤੇ ਉੱਥੇ ਆਪਣੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਆ, ਉਹਨਾਂ ਦਾ ਸ਼ਹਿਰ ਹੋਣ ਦੇ ਬਾਵਜੂਦ ਹਲੇ ਵੀ ਆਪਾਂ ਇਹ ਗੱਲ ਕਹੀਏ ਕਿ ਉੱਥੇ ਸੀਵਰੇਜ ਦੀਆਂ ਜਾਂ ਕੋਈ ਹੋਰ ਜਿਹੜੀਆਂ ਸਮੱਸਿਆਵਾਂ ਉਹ ਹੱਲ ਹੋਣੀਆਂ ਚਾਹੀਦੀਆਂ। ਹੁਣ ਤੁਸੀਂ 2 ਮਹੀਨੇ ਦਾ ਸਮਾਂ ਰਹਿ ਗਿਆ, 2 ਮਹੀਨੇ ਦੇ ਵਿੱਚ ਇਹ ਸਮੱਸਿਆਵਾਂ ਦਾ ਕਿਵੇਂ ਹੱਲ ਨਿਕਲੇਗਾ ਜਦੋਂ ਤੁਸੀਂ 4.5 ਸਾਲ ਤੱਕ ਤੁਹਾਡੀ ਸਰਕਾਰ ਰਹੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ, ਉਹ ਸਮੱਸਿਆ ਦਾ ਹੱਲ ਨਹੀਂ ਕਰ ਸਕੇ। ਤਾਂ ਇਹਨਾਂ 2 ਮਹੀਨਿਆਂ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕਿਹੜੀ ਜਾਦੂ ਦੀ ਛੜੀ ਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਸਮੱਸਿਆਵਾਂ ਦੀ ਭਰਪਾਈ ਕਰ ਦੇਣਗੇ, ਉਹ ਸਮੱਸਿਆਵਾਂ ਦਾ ਹੱਲ ਕਰ ਦੇਣਗੇ। ਇਹ ਕਿਤੇ ਨਾ ਕਿਤੇ ਇਹ ਗੱਲ ਆ ਜਿਹੜੀ ਸਿਆਸੀ ਤੌਰ ਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਰੀਸ਼ ਚੌਧਰੀ, ਉਹਨਾਂ ਨੂੰ ਦੁਬਾਰਾ ਉਹ ਸੁਨੇਹਾ ਲਾਇਆ ਹੋਵੇ ਪ੍ਰਨੀਤ ਕੌਰ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਕਾਂਗਰਸ ਵਿੱਚ ਆਉਣ ਨੂੰ ਤਿਆਰ ਨੇ, ਜਾਂ ਉਹਨਾਂ ਨੂੰ ਕਾਂਗਰਸ ਵਿੱਚ ਲਿਆਉਣ ਦਾ ਯਤਨ ਕੀਤੇ ਜਾਣ। ਜਿਵੇਂ ਕਿ ਡਾਕਟਰ ਰਾਜ ਕੁਮਾਰ ਵੇਰਕਾ ਦਾ ਬਿਆਨ ਆਇਆ, ਫਿਰ ਕੈਪਟਨ ਅਮਰਿੰਦਰ ਸਿੰਘ ਨੇ ਡਿਨਾਈ ਕਰਤਾ। ਕਿਤੇ ਨਾ ਕਿਤੇ ਜਸਵੀਰ ਗੱਲ ਇਹ ਆ ਕਿ ਪੰਜਾਬੀ ਦੀ ਕਹਾਵਤ ਆ ਕਿ ਜੇ ਅੱਗ ਬਲਦੀ ਆ ਧੂੰਆਂ ਤਾਂ ਹੀ ਨਿਕਲਦਾ, ਜੇ ਗੱਲ ਹੋਈ ਆ ਤਾਂ ਹੀ ਗੱਲ ਬਾਹਰ ਨਿਕਲਿਆ, ਨਹੀਂ ਪਹਿਲਾਂ ਨਹੀਂ ਨਿਕਲ ਗਈ। ਕਿਤੇ ਨਾ ਕਿਤੇ ਜਿਹੜੀ ਗੱਲ ਆ ਜ਼ਰੂਰ ਚੱਲੀ ਹੋਣੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਪਤਾ ਲੱਗ ਚੁੱਕੀ ਆ ਕਿ ਉਹ ਇਕੱਲੇ ਹੁਣ ਕੁਝ ਨਹੀਂ ਕਰ ਸਕਦੇ, ਚੋਣਾਂ ਬਹੁਤ ਨੇੜੇ ਆ ਗਈਆਂ, ਬਿਨਾਂ ਟੀਮ ਵਰਕ ਤੋਂ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿਆਸੀ ਸਮੀਕਰਨ ਆ ਉਹ ਬਦਲ ਸਕਦੇ ਨੇ। ਖਾਸ ਕਰਕੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਜਿਹੜੀ ਕਾਂਗਰਸ ਦੀ ਸਥਿਤੀ ਸੀ ਉਹਦੇ ਵਿੱਚ ਕਾਫੀ ਸੁਧਾਰ ਹੋਇਆ, ਕਾਂਗਰਸ ਨੇ ਅਪਲਿਫਟ ਵੀ ਕੀਤਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਹੋ ਸਕਦਾ ਇਹ ਲੱਗਦਾ ਹੋਵੇ ਕਿ ਉਹ ਦੁਬਾਰਾ ਜਿਹੜੀ ਕਿ ਘਰ ਵਾਪਸੀ ਕਰ ਲੈਣ। ਵੈਸੇ ਸਾਰਾ ਮਾਮਲਾ ਜਿਹੜਾ ਜੇਕਰ ਕੈਪਟਨ ਦੀ ਘਰ ਵਾਪਸੀ ਵੀ ਕਰਾਉਣੀ ਹੋਇਆ ਤਾਂ ਇਹਦੇ ਵਿੱਚ ਜਿਹੜਾ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਹੈ ਜਿਹੜਾ ਇਹਨਾਂ ਦੀ ਵੱਡੀ ਭੂਮਿਕਾ ਹੋਵੇਗੀ, ਇਹ ਲਿਆ ਸਕਦੇ ਆ। ਜੇਕਰ ਪੰਜਾਬ ਦੀ ਲੀਡਰਸ਼ਿਪ ਚਾਹੇ ਨਾ ਚਾਹੇ, ਇਹ ਸਾਰਾ ਉਹਨਾਂ ਪਰ ਨਿਰਭਰ ਕਰੇਗਾ, ਰਾਹੁਲ ਗਾਂਧੀ ਪਰ, ਆਪਣਾ ਸੋਨੀਆ ਗਾਂਧੀ ਪਰ ਤੇ ਪ੍ਰਿਯੰਕਾ ਗਾਂਧੀ ਪਰ, ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਕਰਵਾਉਣੀ ਆ ਜਾਂ ਨਹੀਂ ਕਰਵਾਉਣੀ। ਕਿਉਂਕਿ ਹਾਲਾਤ ਇਹ ਬਣਦੇ ਨੇ, ਦੂਜੇ ਪਾਸੇ ਨਵਜੋਤ ਸਿੱਧੂ ਆ ਉਹ ਧੜਾ ਧੜ ਹਮਲੇ ਕਰ ਰਹੇ ਨੇ, ਚਰਨਜੀਤ ਸਿੰਘ ਚੰਨੀ ਉਹ ਹਮਲੇ ਕਰਦੇ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਹਮਲੇ ਕਰ ਰਹੇ ਨੇ। ਇਹ 3-4 ਆਗੂ ਅਜਿਹੇ ਨੇ ਜਿਹੜੇ ਬਾਰ-ਬਾਰ ਕੈਪਟਨ ਅਮਰਿੰਦਰ ਸਿੰਘ ਪਰ ਤਿੱਖੇ ਹਮਲੇ ਕਰਦੇ ਨੇ ਕਿ 4.5 ਸਾਲ ਤੱਕ ਜੇਕਰ ਕਾਂਗਰਸ ਦਾ ਬੇੜਾ ਡੋਬਿਆ, ਜੇਕਰ ਕਾਂਗਰਸ ਦੀ ਸਰਕਾਰ ਦੇ ਕੰਮ ਨਹੀਂ ਕੀਤੇ, ਜੇਕਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹ ਸਮਝੌਤਾਵਾਦੀ ਮੁੱਖ ਮੰਤਰੀ ਬਣ ਕੇ ਸਾਹਮਣੇ ਆ ਰਹੇ ਨੇ, ਤੇ ਇਹ ਵੱਡੇ ਆਗੂ ਉਹਨਾਂ ਨੂੰ ਕਿਤੇ ਨਾ ਕਿਤੇ ਹਿੱਟ ਕਰ ਰਹੇ ਨੇ, ਉਹਨਾਂ ਨੂੰ ਚੈਲੰਜ ਦੇ ਰਹੇ ਨੇ। ਇਹਦੇ ਨਾਲ ਕਿਆ ਹੋ ਰਿਹਾ ਕਿ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਕੈਸ਼ ਕਰਨ ਦਾ ਜਿਹੜਾ ਯਤਨ ਆ ਇਹ ਕਾਂਗਰਸ ਦੀ ਲੀਡਰਸ਼ਿਪ ਕਰ ਰਹੀ ਹੈ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਅੱਜ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।